ਉਹ ਖਜ਼ਾਨੇ ਭਰਪੂਰ ਕਰ ਦਿੰਦਾ ਤੇ ਕਾਲ ਕੰਟਕ ਦੂਰ ਕਰ ਦਿੰਦਾ। ਸਮਰੱਥ ਗੁਰੂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇਸ ਸਮੇਂ ਸਾਡੇ ਗੁਰੂ ਨੇ, ਜਿਨ੍ਹਾਂ ਨੂੰ ਗੁਰਤਾ ਗੱਦੀ ਦਿੱਤੀ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਨੰਦੇੜ ਦੀ ਧਰਤੀ ਤੇ। ਅੱਜ ਅਸੀਂ ਉਹਨਾਂ ਦੇ ਚਰਨਾਂ ਦੇ ਵਿੱਚ ਬੈਠ ਕੇ ਸਾਰੇ ਆਨੰਦ ਮਾਣ ਰਹੇ ਹਾਂ। ਅੱਜ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਿਤਾ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਹੈ। ਅੱਜ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਹੈ। ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਆਪਾਂ ਵਿਚਾਰਾਂ ਕਰਨੀਆਂ ਨੇ। ਆਓ ਆਪੋ ਆਪਣੀ ਨੇ ਸੁਰਤੀਆਂ ਨੂੰ ਆਨੰਦਪੁਰ ਸਾਹਿਬ ਦੀ ਧਰਤੀ ਤੇ ਲੈ ਚੱਲੀਏ, ਜਿੱਥੇ ਕਿ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਜੋਤ ਜਗਾਉਂਦੇ ਨੇ, ਸਿੱਖ ਸੰਗਤਾਂ ਨੂੰ ਤਾਰਦੇ ਨੇ। ਸਤਿਗੁਰੂ ਜੀ ਆਨੰਦਪੁਰ, ਬੜੀਆਂ ਰੌਣਕਾਂ ਲੱਗੀਆਂ ਨੇ ਆਨੰਦਪੁਰ ਸਾਹਿਬ ਦੀ ਧਰਤੀ ਤੇ। ਇਹ ਆਨੰਦਪੁਰ ਸਾਹਿਬ ਦੀ ਧਰਤੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਮੁੱਲ ਲੈ ਕੇ ਇਹ ਜਗ੍ਹਾ ਮੁੱਲ ਲਈ ਤੇ ਇੱਥੇ ਫਿਰ ਅਸਥਾਨ ਬਣਾਇਆ, ਜਿਹਦਾ ਨਾਮ ਆਨੰਦਪੁਰੀ ਰੱਖਿਆ। ਇਸ ਜਗ੍ਹਾ ਦੇ ਉੱਤੇ ਬੜਾ ਆਨੰਦ ਵਰਤਦਾ ਹੈ, ਪਹਿਲਾਂ ਵੀ ਵਰਤਦਾ ਸੀ ਤੇ ਹੁਣ ਵੀ ਵਰਤਦਾ। ਇਸ ਕਰਕੇ ਆਨੰਦਪੁਰੀ ਬੜੇ ਆਨੰਦਪੁਰੀ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਉਮਰ ਉਸ ਸਮੇਂ 9 ਸਾਲ ਦੀ ਉਮਰ ਪੂਰੀ ਨਹੀਂ ਸੀ ਹਜੇ। 9 ਸਾਲ ਦੀ ਉਮਰ ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪੂਰੀ ਨਹੀਂ ਸੀ ਹੋਈ। ਤਾਂ ਗੁਰਮੁਖ ਪਿਆਰਿਓ, ਬੜੀਆਂ ਰੌਣਕਾਂ ਲੱਗੀਆਂ ਹੋਈਆਂ ਨੇ। ਕਥਾ ਕੀਰਤਨ ਦੇ ਪ੍ਰਵਾਹ ਚੱਲਦੇ, ਨਾਮ ਬਾਣੀ ਦੇ ਪ੍ਰਵਾਹ ਚੱਲਦੇ ਨੇ। ਅਤੇ ਲੱਖਾਂ ਹੀ ਸੰਗਤਾਂ ਨਕਮਸਤਕ ਹੁੰਦੀਆਂ ਆਨੰਦਪੁਰ ਦੀ ਧਰਤੀ ਤੇ। ਰੌਣਕਾਂ ਬੜੀਆਂ ਲੱਗੀਆਂ ਹੋਈਆਂ। ਉਸ ਸਮੇਂ ਔਰੰਗਜ਼ੇਬ ਦਾ ਬੋਲਬਾਲਾ ਸੀ। ਔਰੰਗਜ਼ੇਬ ਨੇ ਲੋਕਾਂ ਨੂੰ ਬੜਾ ਤੰਗ ਕੀਤਾ ਹੋਇਆ ਸੀ। ਹਿੰਦੂਆਂ ਦੇ ਮੰਦਰ ਢਹਿ ਢੇਰੀ ਕੀਤੇ ਜਾ ਰਹੇ ਸਨ। ਜ਼ਬਰਦਸਤੀ ਧਰਮ ਤਬਦੀਲ ਕੀਤਾ ਜਾਂਦਾ ਸੀ। ਔਰੰਗਜ਼ੇਬ ਦੀ ਜਿਹੜੀ ਸੋਚ ਸੀ ਉਹਦੀ, ਉਹ ਚਾਹੁੰਦਾ ਸੀ 2 ਧਰਮਾਂ ਤੋਂ ਇੱਕ ਧਰਮ ਬਣਾ ਦਿਆਂ। 2 ਧਰਮਾਂ ਤੋਂ ਇੱਕ ਧਰਮ ਬਣਾ ਦਿਆਂ, ਇਹ ਚਾਹੁੰਦਾ ਸੀ ਔਰੰਗਜ਼ੇਬ। ਪਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਕੁਝ ਹੋਰ ਪਾਉਂਦਾ ਸੀ। ਤਾਂ ਗੁਰਮੁਖ ਪਿਆਰਿਓ, ਲੱਖਾਂ ਹੀ ਮੰਦਰ ਢਹਿ ਢੇਰੀ ਹਿੰਦੂਆਂ ਦੇ ਕੀਤੇ ਜਾ ਰਹੇ ਆ ਤੇ ਜ਼ਬਰਦਸਤੀ ਉਹਨਾਂ ਦੇ ਜਿਹੜੇ ਜਨੇਊ ਨੇ, ਉਹਨਾਂ ਦੇ ਜਨੇਊ ਲਾਹੇ ਜਾ ਰਹੇ ਨੇ। ਮੁਸਲਮਾਨ ਬਣਾਇਆ ਜਾ ਰਿਹਾ ਹੈ। ਹੁਣ ਹਿੰਦੂ ਨਾ ਚੱਜ ਨਾਲ ਰੋਟੀ ਖਾਂਦੇ ਆ, ਨਾ ਚੱਜ ਨਾਲ ਰਹਿ ਸਕਦੇ ਆ। ਜਾਨ ਕੜੱਕੀ ਦੇ ਵਿੱਚ ਆਈ ਹੋਈ ਆ।
ਤਾਂ ਗੁਰਮੁਖ ਪਿਆਰਿਓ, ਇਹਨਾਂ ਪੰਡਤਾਂ ਨੂੰ ਕਿਸੇ ਨੇ ਦੱਸਣਾ ਕੀਤਾ ਕਿ ਤੁਸੀਂ ਆਨੰਦਪੁਰ ਦੇ ਵਾਸੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨਾਂ 'ਚ ਜਾਓ, ਉਹ ਤੁਹਾਡਾ ਡੁੱਬਦਾ ਧਰਮ ਬੇੜਾ ਇਸ ਸਮੇਂ ਤੁਹਾਨੂੰ ਉਹ ਬਚਾ ਸਕਦੇ ਨੇ, ਹੋਰ ਨਹੀਂ ਕੋਈ ਬਚਾ ਸਕਦਾ। ਆਨੰਦਪੁਰ ਸਾਹਿਬ ਜਾਓ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨਾਂ 'ਚ, ਉਹ ਤੁਹਾਡਾ ਧਰਮ ਬਚਾ ਸਕਦੇ ਨੇ, ਹੋਰ ਕੋਈ ਤੁਹਾਡਾ ਧਰਮ ਨਹੀਂ ਬਚਾ ਸਕਦਾ। ਤਾਂ ਗੁਰਮੁਖ ਪਿਆਰਿਓ, ਇੱਕ ਕਸ਼ਮੀਰੀ ਪੰਡਤ ਇਕੱਠੇ ਹੋ ਕੇ ਸਤਿਗੁਰੂ ਕਲਗੀਧਰ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆਏ। ਉਸ ਸਮੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਉਮਰ 9 ਸਾਲ ਦੀ ਪੂਰੀ ਨਹੀਂ ਸੀ ਹੋਈ, ਪੌਣੇ 9 ਸਾਲ ਦੀ ਉਮਰ। ਕਸ਼ਮੀਰੀ ਪੰਡਤ ਜਦੋਂ ਰੋਂਦੇ ਰੋਂਦੇ ਆਨੰਦਪੁਰ ਸਾਹਿਬ ਆਏ, ਇਹਨਾਂ ਦੀ ਹਾਲਤ ਬੜੀ ਗੰਭੀਰ। ਆ ਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਮਿਲੇ ਤੇ ਬੇਨਤੀ ਕੀਤੀ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ। ਕਹਿੰਦੇ ਮਹਾਰਾਜ, ਸਾਡਾ ਬੇੜਾ ਧਰਮ ਸਾਡਾ ਡੁੱਬਦਾ ਜਾ ਰਿਹਾ, ਸਾਡਾ ਡੁੱਬਦਾ ਧਰਮ ਨੂੰ ਬਚਾ ਲਓ, ਸਾਡਾ ਡੁੱਬਦਾ ਧਰਮ ਸਾਨੂੰ ਬਚਾ ਲਓ, ਅਸੀਂ ਮਰਦੇ ਜਾ ਰਹੇ ਹਾਂ। ਸਾਨੂੰ ਔਰੰਗਜ਼ੇਬ ਧੱਕੇ ਦੇ ਨਾਲ ਜ਼ਬਰਦਸਤੀ ਮੁਸਲਮਾਨ ਬਣਾਈ ਜਾਂਦਾ ਹੈ। ਔਰੰਗਜ਼ੇਬ ਜ਼ਬਰਦਸਤੀ ਮੁਸਲਮਾਨ ਬਣਾਉਂਦਾ ਹੈ ਤੇ ਸਾਡਾ ਡੁੱਬਦਾ ਧਰਮ ਤੁਸੀਂ ਬਚਾ ਲਓ। ਕਿਰਪਾ ਕਰੋ, ਸਾਡੇ ਮੰਦਰ ਢਹਿ ਢੇਰੀ ਕੀਤੇ ਜਾਂਦੇ ਆ, ਸਾਡੀ ਰੱਖਿਆ ਕਰੋ। ਇਹ ਹਜੇ ਬੇਨਤੀਆਂ ਕਰ ਹੀ ਰਹੇ ਸਨ, ਭੁੱਬਾਂ ਮਾਰ ਮਾਰ ਕੇ ਰੋ ਰਹੇ ਨੇ ਨਾਲੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਕੋਲ। ਇਤਨੇ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆ ਗਏ। ਕਹਿਣ ਲੱਗੇ, ਬੇਨਤੀ ਕੀਤੀ, ਗੁਰੂ ਪਿਤਾ ਜੀ, ਇਹ ਲੋਕ ਕੌਣ ਨੇ? ਸਿਰ ਦੇ ਉੱਤੇ ਬੋਦਾ ਰੱਖਿਆ ਹੋਇਆ, ਤੇੜ ਧੋਤੀਆਂ ਲਾਈਆਂ ਹੋਈਆਂ ਨੇ ਤੇ ਅੱਖਾਂ ਦੇ ਵਿੱਚ ਅਥਰੂ ਨੇ, ਹੱਥ ਜੋੜੇ ਹੋਏ ਨੇ, ਰੋ ਰਹੇ ਨੇ। ਕੀ ਕਾਰਨ ਹੋ ਗਿਆ? ਇਹ ਕਿਉਂ ਰੋ ਰਹੇ ਨੇ? ਮਹਾਰਾਜ ਜੀ ਕਹਿੰਦੇ, ਲਾਲ ਜੀ, ਪੁੱਤਰ ਜੀ, ਇਹਨਾਂ ਦਾ ਧਰਮ ਖਤਰੇ ਦੇ ਵਿੱਚ ਹੈ, ਇਹਨਾਂ ਦਾ ਧਰਮ ਡਾਵਾਂਡੋਲ ਹੋ ਰਿਹਾ, ਖਤਰੇ 'ਚ। ਇਹਨਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਇਆ ਜਾ ਰਿਹਾ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ, ਕੌਣ ਬਣਾ ਰਿਹਾ ਇਹਨਾਂ ਨੂੰ ਜ਼ਬਰਦਸਤੀ ਮੁਸਲਮਾਨ? ਕਹਿੰਦੇ, ਪੁੱਤਰ ਜੀ, ਔਰੰਗਜ਼ੇਬ ਜ਼ਬਰਦਸਤੀ ਇਹਨਾਂ ਦੇ ਮੰਦਰ ਢਹਿ ਢੇਰੀ ਕਰ ਰਿਹਾ ਤੇ ਇਹਨਾਂ ਨੂੰ ਮੁਸਲਮਾਨ ਬਣਾ ਰਿਹਾ ਹੈ। ਫਿਰ ਬੇਨਤੀ ਕੀਤੀ ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ, ਪਿਤਾ ਜੀ,
ਫਿਰ ਇਹਨਾਂ ਦਾ ਡੁੱਬਦਾ ਧਰਮ ਉਹ ਕਿਵੇਂ ਬਚ ਸਕਦਾ ਹੈ? ਡੁੱਬਦਾ ਧਰਮ ਕਿਵੇਂ ਬਚ ਸਕਦਾ ਹੈ? ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿਣ ਲੱਗੇ, ਲਾਲ ਜੀ ਇਹਨਾਂ ਦਾ ਡੁੱਬਦਾ ਧਰਮ ਕੁਰਬਾਨੀ ਮੰਗਦਾ ਕੋਈ ਮਹਾਨ ਤਪਸਵੀ ਔਰ ਕਹਿਣੀ ਤੇ ਕਰਨੀ ਦੇ ਪੂਰੇ ਜਪ ਤਪ ਦੇ ਵਿੱਚ ਪੂਰੇ ਬੰਦਗੀ ਕਰਨ ਵਾਲੇ ਉਹ ਆਪਣੇ ਸੀਸ ਦਾ ਬਲੀਦਾਨ ਦੇਣ ਤਾਂ ਇਹਨਾਂ ਦਾ ਧਰਮ ਬਚ ਸਕਦਾ ਹੈ, ਨਹੀਂ ਕੋਈ ਹਾਲਾਤ ਨਹੀਂ ਹੈ ਤਾਂ ਬਚ ਸਕਦਾ ਹੈ। ਤਾਂ ਗੁਰਮੁਖ ਪਿਆਰਿਓ, ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਬੇਨਤੀ ਕੀਤੀ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ। ਕਹਿੰਦੇ ਸਤਿਗੁਰੂ ਗੁਰੂ ਪਿਤਾ ਜੀ, ਫਿਰ ਤੁਹਾਡੇ ਤੋਂ ਵੱਡਾ ਇਸ ਟਾਈਮ ਕੌਣ ਬਲੀ ਅਵਤਾਰ ਹੋ ਸਕਦਾ? ਤੁਹਾਡੇ ਤੋਂ ਵੱਡਾ ਕੌਣ ਬ੍ਰਹਮ ਗਿਆਨੀ ਹੋ ਸਕਦਾ? ਤੁਸੀਂ ਇਹਨਾਂ ਦਾ ਡੁੱਬਦਾ ਧਰਮ ਬਚਾਓ। ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ, ਪੁੱਤਰ ਜੀ ਦੇਖ ਲਓ, ਅਨਾਥ ਹੋ ਜਾਓਗੇ, ਤੁਹਾਡੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਜਾਏਗਾ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਹੱਥ ਜੋੜ ਕੇ ਕਿਹਾ, ਪਿਤਾ ਜੀ ਕੋਈ ਗੱਲ ਨਹੀਂ, ਜੇ ਮੈਂ ਅਨਾਥ ਹੋ ਜਾਵਾਂਗਾ ਪਰ ਇਹਨਾਂ ਲੱਖਾਂ ਹਿੰਦੂਆਂ ਦੇ ਬੱਚੇ ਨਾਥ ਹੋਣ ਤੋਂ ਬਚ ਜਾਣਗੇ। ਆਖੋ ਸਤਨਾਮ। ਮੈਂ ਇਕੱਲਾ ਨਾਥ ਹੋ ਜੂ ਕੋਈ ਗੱਲ ਨਹੀਂ, ਪਰ ਆ ਲੱਖਾਂ ਹਿੰਦੂਆਂ ਦੇ ਬੱਚੇ ਅਨਾਥ ਹੋਣ ਤੋਂ ਬਚ ਜਾਣਗੇ। ਇਹਨਾਂ ਦਾ ਡੁੱਬਦਾ ਧਰਮ ਬਚਾਓ। ਤਾਂ ਗੁਰਮੁਖ ਪਿਆਰਿਓ, ਗੁਰੂ ਤੇਗ ਬਹਾਦਰ ਮਹਾਰਾਜ ਜੀ ਇਹਨਾਂ ਕਸ਼ਮੀਰੀ ਪੰਡਤਾਂ ਨੂੰ ਆਖਿਆ, ਕਹਿੰਦੇ ਜਾਓ ਔਰੰਗਜ਼ੇਬ ਨੂੰ ਕਹਿ ਦਿਓ ਜਾ ਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਅਨੰਦਪੁਰ ਵਾਲੇ ਗੁਰੂ ਨੂੰ ਮੁਸਲਮਾਨ ਬਣਾ ਲਓ ਤੇ ਅਸੀਂ ਆਪਣੇ ਆਪ ਹੀ ਮੁਸਲਮਾਨ ਬਣ ਜਾਵਾਂਗੇ। ਤੁਸੀਂ ਉਹਨਾਂ ਨੂੰ ਮੁਸਲਮਾਨ ਬਣਾ ਲਿਓ ਤੇ ਅਸੀਂ ਆਪਣੇ ਆਪ ਮੁਸਲਮਾਨ ਬਣ ਜਾਵਾਂਗੇ। ਤਾਂ ਗੁਰਮੁਖ ਪਿਆਰਿਓ, ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕਸ਼ਮੀਰੀ ਪੰਡਤਾਂ ਨੂੰ ਕਿਹਾ, ਕਹਿੰਦੇ ਜਾਓ ਕਹਿ ਦਿਓ ਜਾ ਕੇ, ਪ੍ਰੋਮਿਸ ਕਰ ਲਿਓ ਕਿ ਜੇ ਤੁਸੀਂ ਉਹਨਾਂ ਨੂੰ ਮੁਸਲਮਾਨ ਨਾ ਬਣਾ ਸਕੇ ਤੇ ਸਾਨੂੰ ਤੰਗ ਨਾ ਕਰਿਓ। ਹੁਣ ਗੁਰਮੁਖ ਪਿਆਰਿਓ, ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇਹਨਾਂ ਹਿੰਦੂਆਂ ਨੂੰ, ਕਸ਼ਮੀਰੀ ਪੰਡਤਾਂ ਨੂੰ ਕਹਿ ਕੇ ਤੋਰ ਦਿੱਤਾ। ਮਹਾਰਾਜ ਜੀ ਕਹਿੰਦੇ ਜਾਓ, ਗੁਰੂ ਕਿਰਪਾ ਕਰੇਗਾ। ਤਾਂ ਗੁਰਮੁਖ ਪਿਆਰਿਓ, ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿਣ ਲੱਗੇ, ਜਾਓ ਕਹਿ ਦੇ ਔਰੰਗਜ਼ੇਬ ਨੂੰ ਜਾ ਕੇ ਗੁਰੂ ਤੇਗ ਬਹਾਦਰ ਨੂੰ ਮੁਸਲਮਾਨ ਬਣਾ ਲਓ, ਅਸੀਂ ਆਪਣੇ ਆਪ ਸਾਰੀ ਬਣ ਜਾਵਾਂਗੇ। ਕਸ਼ਮੀਰੀ ਪੰਡਤਾਂ ਨੂੰ ਧੀਰਜ ਆਇਆ, ਇਹਨਾਂ ਨੇ ਨਮਸਕਾਰ ਕਰਕੇ ਇਹ ਵਾਪਸ ਹੋ ਲਏ। ਵਾਪਸ ਹੋ ਕੇ ਔਰੰਗਜ਼ੇਬ ਦੇ ਕੋਲ ਪਹੁੰਚ ਗਏ।
ਕਹਿਣ ਲੱਗੇ ਤੁਸੀਂ ਸਾਡੇ ਤੇ ਜ਼ੁਲਮ ਨਾ ਕਰੋ, ਸਾਡੇ ਪਰਿਵਾਰਾਂ ਵੱਲ ਵੇਖੋ, ਸਾਡੇ ਬੱਚਿਆਂ ਵੱਲ ਵੇਖੋ, ਸਾਡੇ ਹਿੰਦੂਆਂ ਦੀ ਬੜੀ ਤਰਸਯੋਗ ਹਾਲਤ ਆ, ਸਾਡੇ ਧਰਮ ਤਬਦੀਲ ਨਾ ਕਰੋ, ਸਾਡੇ ਮੰਦਰ ਨਾ ਤੋੜੋ। ਸਤਿਗੁਰੂ ਜੋ ਤੇਗ ਬਹਾਦਰ ਮਹਾਰਾਜ ਜੀ ਨੇ ਬਚਨ ਕਿਹਾ ਸੀ ਉਹ ਹੁਣੇ ਲੱਗਿਆ ਕਹਿਣ, ਕਹਿੰਦੇ ਜੀ ਤੁਸੀਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਮੁਸਲਮਾਨ ਬਣਾ ਲਓ ਤੇ ਅਸੀਂ ਸਾਰੇ ਹੀ ਮੁਸਲਮਾਨ ਬਣ ਜਾਵਾਂਗੇ। ਤੁਸੀਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਮੁਸਲਮਾਨ ਬਣਾ ਲਿਓ ਤੇ ਅਸੀਂ ਸਾਰੇ ਹੀ ਮੁਸਲਮਾਨ ਬਣ ਜਾਵਾਂਗੇ। ਔਰੰਗਜ਼ੇਬ ਨੇ ਸੋਚਿਆ ਵੀ ਤਾਂ ਕੰਮੇ ਬੜਾ ਸੌਖਾ ਜਾ, ਇੱਕ ਨੂੰ ਮੁਸਲਮਾਨ ਬਣਾਵਾਂਗੇ ਸਾਰੇ ਆਪਣੇ ਆਪ ਬਣ ਜਾਣੇ ਨੇ, ਇਹ ਤਾਂ ਕੰਮੇ ਬੜਾ ਸੌਖਾ ਹੈ, ਇਹਦੇ ਉੱਪਰ ਦੀ ਹੋਰ ਕੀ ਹੋ ਸਕਦਾ। ਪਰ ਇਹਨੂੰ ਨਹੀਂ ਸੀ ਪਤਾ ਵੀ ਇੱਕ ਨੂੰ ਇਹ ਬੜਾ ਔਖਾ ਬਣਾਉਣਾ। ਸਾਰਿਆਂ ਨੂੰ ਤਾਂ ਬਣਾਉਣਾ ਸੌਖਾ ਸੀ ਪਰ ਇੱਕ ਨੂੰ ਬੜਾ ਬਣਾਉਣਾ ਔਖਾ ਹੈ। ਤਾਂ ਗੁਰਮੁਖ ਪਿਆਰਿਓ, ਇਹਨਾਂ ਨੇ ਵਿਚਾਰ ਕੀਤੀ ਕਿ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਜੋ ਇਹਨਾਂ ਨੂੰ ਆਖਿਆ ਉਹਦੇ ਉੱਤੇ ਵਿਚਾਰ ਕੀਤੀ। ਕਹਿਣ ਲੱਗੇ ਅਸੀਂ ਸਾਰੇ ਆਪਣੇ ਆਪ ਬਣ ਜਾਵਾਂਗੇ, ਤੁਸੀਂ ਇਕੱਲੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਮੁਸਲਮਾਨ ਬਣਾ ਲਓ। ਇਹਨਾਂ ਨੇ ਕਿਹਾ ਵੀ ਕੰਮ ਹੀ ਸੌਖਾ ਬੜਾ। ਹੁਣ ਗੁਰਮੁਖ ਪਿਆਰਿਓ, ਭੇਡਾਂ ਨੂੰ ਮੂਹਰੇ ਲਾਣਾ ਤਾਂ ਸੌਖਾ ਨਾ, ਪਰ ਹੁਣ ਸ਼ੇਰ ਨੂੰ ਮੂਹਰੇ ਲਾਣਾ ਕਿੰਨਾ ਔਖਾ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਮਹਾਰਾਜ ਜੀ ਕਹਿੰਦੇ ਕੋਈ ਗੱਲ ਨਹੀਂ, ਘਬਰਾਓ ਨਾ। ਇਹਨਾਂ ਪੰਡਤਾਂ ਨੇ ਜਾ ਕੇ ਇਸੇ ਤਰ੍ਹਾਂ ਹੀ ਕਿਹਾ, ਕਹਿੰਦੇ ਅਸੀਂ ਸਾਰੇ ਮੁਸਲਮਾਨ ਬਣ ਜਾਵਾਂਗੇ, ਤੁਸੀਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਬਣਾਓ, ਉਹਨਾਂ ਦੇ ਨਾਲ ਹੀ ਅਸੀਂ ਆਪਣੇ ਜੰਝੂ ਵੀ ਲਾ ਦਿਆਂਗੇ ਤੇ ਮੁਸਲਮਾਨ ਵੀ ਬਣ ਜਾਣਗੇ। ਔਰੰਗਜ਼ੇਬ ਨੇ ਸੋਚਿਆ ਵੀ ਤਾਂ ਕੰਮੇ ਬੜਾ ਸੌਖਾ, ਇੱਕ ਨੂੰ ਬਣਾਉਣਾ ਸੌਖਾ ਹੈ, ਕਾਹਨੂੰ ਸਾਰਿਆਂ ਨਾਲ ਮਗਜ ਖਪਾਈ ਕਰਾਂਗੇ, ਕੁੱਟਦੇ ਮਾਰਦੇ ਫਿਰਦੇ ਇਹਨਾਂ ਨੂੰ, ਇੱਕ ਹੀ ਠੀਕ ਆ। ਪੰਡਤ ਕਹਿਣ ਲੱਗੇ ਜੇ ਉਹਨਾਂ ਨੂੰ ਤੁਸੀਂ ਮੁਸਲਮਾਨ ਨਾ ਬਣਾ ਸਕੇ ਤੇ ਫਿਰ ਸਾਨੂੰ ਤੰਗ ਨਾ ਕਰਿਓ। ਔਰੰਗਜ਼ੇਬ ਕਹਿਣ ਲੱਗਾ ਠੀਕ ਆ, ਤੁਹਾਡੇ ਨਾਲ ਵਾਅਦਾ ਹੈ, ਜੇ ਮੈਂ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਮੁਸਲਮਾਨ ਨਾ ਬਣਾ ਸਕਿਆ ਤਾਂ ਤੁਹਾਨੂੰ ਕੁਝ ਨਹੀਂ ਆਖਾਂਗੇ, ਤੁਹਾਡੇ ਧਰਮ ਨੂੰ ਕੁਝ ਨਹੀਂ ਆਖਾਂਗੇ। ਤਾਂ ਗੁਰਮੁਖ ਪਿਆਰਿਓ, ਫਿਰ ਇੱਧਰ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਸੰਗਤਾਂ ਨੂੰ ਤਾਰਦੇ ਤਾਰਦੇ ਦਿੱਲੀ ਦੀ ਧਰਤੀ ਤੇ ਆਣ ਪਹੁੰਚਿਆ। ਮਹਾਰਾਜ ਜੀ ਕਹਿਣ ਲੱਗੇ, ਕਹਿੰਦੇ ਚਲੋ ਇੱਧਰ ਆਇਆ ਇਲਾਕੇ ਦੇ ਵਿੱਚ ਔਰੰਗਜ਼ੇਬ ਵਾਲਾ ਵੀ ਕੰਮ ਨਵੇੜੇ ਚੱਲੀਏ। ਜਦੋਂ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਅਨੰਦਪੁਰ ਸਾਹਿਬ ਤੋਂ ਦਿੱਲੀ ਵੱਲ ਨੂੰ ਚੱਲੇ, ਕਈ ਸਿੱਖਾਂ ਦੇ ਮਨ ਦੇ ਵਿੱਚ ਇੱਛਾ ਜਾਗੀਆਂ। ਪਤਾ ਲੱਗਿਆ ਚਿੱਠੀਆਂ ਘੱਲ ਦਿੰਦੇ ਸੀ ਉਸ ਸਮੇਂ ਚਿੱਠੀਆਂ ਘੱਲ ਦਿੰਦੇ ਸੀ ਸਿੱਖ ਵੀ ਅੱਜ ਗੁਰੂ ਜੀ ਨੇ ਆਹ ਇਲਾਕੇ ਦੇ ਵਿੱਚ ਆਉਣਾ, ਆਹ ਰਸਤੇ ਵਿੱਚ ਆਉਣਾ। ਫਿਰ ਗੁਰਮੁਖ ਪਿਆਰਿਓ, ਉਹ ਸਿੱਖ ਤਿਆਰ ਹੋ ਜਾਂਦੇ ਸੀ। ਕੋਈ ਕਹਿੰਦਾ ਵੀ ਮੈਂ ਗੁਰੂ ਜੀ ਆ ਰਹੇ ਨੇ, ਮੈਂ ਚਰਨ ਪਵਾਵਾਂਗਾ ਗੁਰੂ ਦੇ ਆਉਂਦੇ ਆ। ਕੋਈ ਸੋਚਦਾ ਵੀ ਜਦੋਂ ਅਨੰਦਪੁਰ ਸਾਹਿਬ ਤੋਂ ਵਾਹਿਗੁਰੂ ਜਦੋਂ ਦਿੱਲੀ ਤੋਂ ਵਾਪਸ ਜਾਣਗੇ, ਅਸੀਂ ਗੁਰੂ ਜੀ ਦੇ ਆਪਣੇ ਘਰ ਦੇ ਵਿੱਚ ਚਰਨ ਪਵਾਵਾਂਗੇ।
ਸਿੱਖਾਂ ਦੀ ਇੱਛਾ, ਮਨ ਦੀ ਭਾਵਨਾ ਪੂਰੀਆਂ ਕੌਣ ਕਰਦਾ ਭਾਈ? ਪੂਰਾ ਗੁਰੂ ਪੂਰੀਆਂ ਕਰ ਦਿੰਦਾ। ਆਖੋ ਸਤਨਾਮ। ਪੂਰੀਆਂ ਕਰ ਦਿੰਦਾ ਮਨ ਦੀ ਇੱਛਾ ਪੂਰਾ ਗੁਰੂ। ਹੁਣ ਜਦੋਂ ਐ ਸਿੱਖਾਂ ਨੂੰ ਪਤਾ ਲੱਗਿਆ ਮਨ ਦੇ ਵਿੱਚ ਇੱਛਾ ਭਾਵਨਾ ਪੂਰੀਆਂ ਕਰਨੀਆਂ, ਤੇ ਸਤਿਗੁਰੂ ਜੀ ਘਰਾਂ ਨੂੰ ਤਾਰਦੇ ਜਾਂਦੇ ਆ, ਰੁਕਦੇ 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 ਅਪੜਾ ਕਰਦੇ ਕਰਦੇ ਜਾਂਦੇ ਆ ਦਿੱਲੀ ਵੱਲ ਨੂੰ। ਤਾਂ ਗੁਰਮੁਖ ਪਿਆਰਿਓ, ਕਈਆਂ ਦੇ ਮਨ ਦੇ ਵਿੱਚ ਇੱਛਾ ਕਿ ਜਦੋਂ ਸਤਿਗੁਰੂ ਜੀ ਵਾਪਸ ਆਵਣਗੇ ਨਾ, ਮਹਾਰਾਜ ਦੇ ਚਰਨ ਪਾਵਾਂਗੇ। ਜਿਨ੍ਹਾਂ ਵਿੱਚ ਭਾਈ ਰਾਮ ਦਿੱਤਾ, ਭਾਈ ਰਾਮ ਦਿੱਤਾ ਇਹ ਗੁਰੂ ਘਰ ਦਾ ਸ਼ਰਧਾਲੂ ਸਿੱਖ ਸੀ। ਆਨੰਦਪੁਰ ਸਾਹਿਬ ਜਾਇਆ ਕਰਦਾ ਸੀ, ਬਹੁਤ ਚਿਰਾਂ ਦਾ ਬੇਨਤੀਆਂ ਕਰਦਾ ਮਹਾਰਾਜ ਜੀ ਨੂੰ, ਮਹਾਰਾਜ ਜੀ ਕਦੇ ਸਾਡੀ ਵੀ ਛਪਰੀ ਦੇ ਵਿੱਚ ਭਾਗ ਲਾ ਦਿਓ, ਸਾਡੇ ਵੀ ਕੱਖਾਂ ਦੀ ਕੁੱਲੀ ਨੂੰ ਭਾਗ ਲਾ ਦਿਓ, ਸਾਡੇ ਘਰ ਵਿੱਚ ਵੀ ਚਰਨ ਪਾ ਦਿਓ। ਮਹਾਰਾਜ ਜੀ ਕਹਿ ਛੱਡਦੇ ਸੀ, ਕਹਿੰਦੇ ਕੋਈ ਨਾ ਭਾਈ ਰਾਮ ਦਿੱਤਿਆ, ਤੇਰੇ ਘਰ ਵੀ ਜ਼ਰੂਰ ਇੱਕ ਦਿਨ ਆਵਾਂਗੇ, ਜ਼ਰੂਰ ਆਵਾਂਗੇ। ਮਨ ਦੇ ਵਿੱਚ ਇੱਛਾ ਰੱਖੀ ਬੈਠਾ ਭਾਈ ਰਾਮ ਦਿੱਤਾ। ਇੱਛਾ ਭਾਈ ਰਾਮ ਦਿੱਤੇ ਦੀ ਪੂਰੀ ਕਿਵੇਂ ਕੀਤੀ? ਸੁਣੋ ਇਤਿਹਾਸ ਅੱਗੇ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਿੱਲੀ ਚਾਂਦਨੀ ਚੌਂਕ ਦੇ ਵਿੱਚ ਪਹੁੰਚੇ। ਔਰੰਗਜ਼ੇਬ ਦੇ ਨਾਲ ਵਾਰਲਾਪਤਾ ਹੋਈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿਣ ਲੱਗੇ ਔਰੰਗਜ਼ੇਬ ਨੂੰ, ਕਹਿੰਦੇ ਕਿਉਂ? ਕਹਿੰਦੇ ਤੂੰ ਇਹਨਾਂ ਗਰੀਬਾਂ ਨੂੰ ਤੰਗ ਕਰਦਾ, ਕਿਉਂ ਇਹਨਾਂ ਦੇ ਨਾਲ ਤੂੰ ਜ਼ਬਰਦਸਤੀ ਕਰਦਾ, ਕਿਉਂ ਧਰਮ ਤਬਦੀਲ ਕਰਾਉਣਾ ਇਹਨਾਂ ਦੇ? ਮਨਮਾਨੀਆਂ ਕਰਨੀਆਂ ਠੀਕ ਨਹੀਂ, ਪ੍ਰਜਾ ਦੇ ਨਾਲ ਦੁਖੀ ਕਰਨਾ ਠੀਕ ਨਹੀਂ। ਕਹਿਣ ਲੱਗੇ, ਕਹਿੰਦੇ ਇਹਨਾਂ ਨੂੰ ਦੁਖੀ ਕਿਉਂ ਕਰਦੇ ਹੋ? ਔਰੰਗਜ਼ੇਬ ਕਹਿੰਦਾ ਸੀ ਸਾਰਿਆਂ ਨੂੰ ਮੁਸਲਮਾਨ ਬਣਾਉਣਾ। ਮਹਾਰਾਜ ਜੀ ਕਹਿੰਦੇ ਜੇ ਤੇਰੇ 'ਚ ਫਿਰ ਹਿੰਮਤ ਆ ਨਾ, ਕਹਿੰਦੇ ਸਾਨੂੰ ਬਣਾ ਕੇ ਦਿਖਾ ਮੁਸਲਮਾਨ। ਜ਼ਬਰਦਸਤੀ ਮੁਸਲਮਾਨ ਬਣਾਉਣਾ ਨਾ, ਜੇ ਤੇਰੇ ਦੇ ਵਿੱਚ ਹਿੰਮਤ ਆ ਤਾਂ ਸਾਨੂੰ ਮੁਸਲਮਾਨ ਬਣਾ ਕੇ ਦਿਖਾ, ਸਾਨੂੰ ਬਣਾ ਲਾ ਤੇ ਸਾਰੇ ਆਪਣੇ ਆਪ ਬਣ ਜਾਣਗੇ। ਕਹਿੰਦਾ ਠੀਕ ਆ ਜੀ। ਕਹਿੰਦਾ ਮਹਾਰਾਜ ਕਹਿੰਦੇ ਜੇ ਸਾਨੂੰ ਨਾ ਬਣਾ ਸਕਿਆ ਤਾਂ ਇਹਨਾਂ ਨੂੰ ਤੰਗ ਨਾ ਕਰੀ, ਦੇਖੀ ਫਿਰ ਕਿਤੇ ਆਪਣੇ ਆਪ ਨੂੰ ਜਾਨ ਖਤਰੇ 'ਚ ਪਾ ਲਵੇ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਅੰਤਰਜਾਮੀ ਸਤਿਗੁਰੂ ਨੂੰ ਪਤਾ ਸੀ ਵੀ ਜਿਹੜਾ ਮੇਰੇ ਘਰ ਯੋਧਾ ਪੁੱਤਰ ਭੇਜਿਆ ਬੜਾ ਪ੍ਰਤਾਪੀ ਵੀ ਆ ਤੇ ਇਹ ਬੜਾ ਯੋਧਾ ਵੀ ਆ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਸਭ ਕੁਝ ਪਹਿਲਾਂ ਪਤਾ ਸੀ ਇਹ ਚੀਜ਼ਾਂ ਦਾ। ਹੁਣ ਗੁਰਮੁਖ ਪਿਆਰਿਓ, ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਕਹਿਣ ਲੱਗੇ, ਕਹਿੰਦੇ ਜੀ ਤੁਸੀਂ ਮੁਸਲਮਾਨ ਬਣ ਜਾਓ, ਅਸੀਂ ਆ ਪੰਡਤ ਲੋਕਾਂ ਨੂੰ, ਕਸ਼ਮੀਰੀ ਪੰਡਤਾਂ ਨੂੰ ਕੁਝ ਨਹੀਂ ਆਖਾਂਗੇ, ਅਸੀਂ ਇਹਨਾਂ ਨੂੰ ਕੁਝ ਨਹੀਂ ਆਖਾਂਗੇ, ਨਾ ਮੰਦਰ ਢਹਿ ਢੇਰੀ ਕਰਾਂਗੇ, ਨਾ ਇਹਨਾਂ ਨੂੰ ਜੰਝੂ ਲਾਹਾਂਗੇ ਇਹਨਾਂ ਦੇ। ਤਾਂ ਗੁਰਮੁਖ ਪਿਆਰਿਓ, ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਬੜਾ ਜ਼ੋਰ ਲਾਇਆ ਇਹਨਾਂ ਨੇ, ਪਰ ਮੁਸਲਮਾਨ ਨਹੀਂ ਬਣਾ ਸਕੇ। ਸੀਸ ਦਿਆ ਪਰ ਸਰ ਨਾ ਦਿਆ। ਸਿਰ ਦਾ ਮਤਲਬ
धर्म अपना शीश दे दिता पर धर्म तब्दील नहीं किया, धर्म नहीं छड्डिया। महाराज जी कहते औरंगजेबा जो तेरा दिल करदा तू कर ला, अपने मनाइयां पूरियां कर ला, तू सानू मुसलमान बना के दिखा जे तेरे च पावर आ। बड़ा यतन किया पर गुरु तेग बहादुर महाराज जी नू मुसलमान नहीं बना सके। महाराज जी ने अपना हिंदू धर्म वास्ते अपना शीश का बलिदान दे दिता पर मुसलमान नहीं हुए। तो गुरमुख प्यारिओ ये जिहड़ी शहीदी दिती है ना स्पैशल गुरु तेग बहादुर महाराज जी ने ये पंडित लोगों वास्ते दिती आ। ये स्पैशल शहीदी आ पंडित लोगों वास्ते दिती। महाराज जी ने अपनी जिंदगी अपनी जान खतरे दे विच पा के ते हिंदुओं का धर्म बचा दिता। आखो सतनाम। यह परोपकारी परोपकारी परदा मतलब पराए ते दूसरे ते उपकार करना। एक उपकार हुंदा, एक परोपकार हुंदा। उपकार किया जाता अपने ते, परोपकार पराए ते परोपकार करना हर कोई किसी के बस की गल नहीं है। अगला कहता भी अपना उल्लू सीधा होना जी, तो अपन दूजे तो की लेना। कोई मरे कोई खपे, अपन ने किसी तो की लेना। अपना काम सैट होना चाहिए। पर जिहड़े साधु हुंदे ने, गुरु पीर हुंदे ने, गुरमुख प्यारिओ, वो अपने काम नूं बिगाड़ के ते दूजिਆਂ ਦੇ ਕੰਮ ਨੂੰ ਸਵਾਰ ਦਿੰਦੇ ਨੇ। आखो सतनाम। अपने काम नूं बिगाड़ के ते दूसरे दे काम नूं सवार दिंदे ने। यह परोपकार उपकार करना तो गुरमुख प्यारे सतगुरु कृपा कर दिंदा भाई, रहमत करदा। वो सबना दे सांझे हुंदे आ। गुरु पीर साधु महापुरुष कोई एक दे नहीं हुंदे, कोई एक नगर दे नहीं हुंदे, वो सारियां दे सृष्टि दे सांझे हुंदे ने। इस करके उपकार करना, अपना भावें नुकसान हो जाए पर दूजे का भला कर देना है। इस करके वो अकाल पुरख वाहिगुरू परमेश्वर दे नाल जुड़े होंदे ने, ना कि आ दुनियावी चीज़ों के नाल। कि तां अपने आप चलता रहता सिलसिला, अपने आप होंदे ही रहता सब कुछ। तो गुरमुख प्यारिओ, सतगुरु गुरु तेग बहादुर महाराज जी नूं मुसलमान नहीं बना सके, बड़ा जोर लाया। शीश दे दिता ते सिर ना दिया। धर्म नहीं छड्डिया, धर्म नहीं दिता, अपने आप का बलिदान शहीदी पा दी। जदों शहीदी हुई गुरु तेग बहादुर महाराज जी की, उस समय इन्हों ने होका दिता, कहते आओ जिहड़ा सिख है वो अपने गुरु का शीश लै जावे। हुण डरदा मारा, जिवें सियाणे कहते हैं भी बलदी अग च किहड़ा सल मारे। हुण डरदा मारा अगे किहड़ा आवे, अगे ना कोई आवे, डरदे मारे। तो गुरमुख प्यारिओ, डरदा मारा कोई अगे ना आवे। फिर सतगुरु गुरु तेग बहादुर महाराज का शीश धड़ चुकण वास्ते कोई ना आया। सारे अंदर वड़ गए।
ਇੱਥੋਂ ਤੱਕ ਕਿ ਦਿੱਲੀ ਦੀ ਸੰਗਤ ਜਿਹੜੇ ਸਿੱਖ ਕਹਾਉਣ ਵਾਲੇ ਸੀ ਸਾਰੇ ਮੁਨਕਰ ਹੋ ਗਏ ਵੀ ਅਸੀਂ ਤਾਂ ਸਿੱਖੇ ਨਹੀਂ ਆ, ਅਸੀਂ ਸਿੱਖ ਹੀ ਨਹੀਂ ਹਾਂ, ਸਾਰੇ ਮੁਨਕਰ ਹੋ ਗਏ। ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਤੱਕ ਚਰਨ ਪਹਲ ਚਲਦੀ ਆ ਰਹੀ ਸੀ। ਚਰਨ ਪਹਲ, ਪੰਜ ਕਕਾਰ ਨਹੀਂ ਸੀ ਪਵਾਏ ਜਾਂਦੇ, ਬਸ ਚਰਨ ਪਹਲ ਦਿੱਤੀ ਜਾਂਦੀ ਸੀ। ਦਾੜਾ ਨਹੀਂ ਕਟਾਣਾ ਭਾਈ, ਕੇਸ ਨਹੀਂ ਕਟਾਣੇ, ਨਾਮ ਜਪਣਾ, ਸਿਮਰਨ ਕਰਨਾ, ਪਰਮੇਸ਼ਰ ਦੇ ਨਾਮ ਦਾ ਧਿਆਨ ਕਰਨਾ, ਇਸ ਤਰ੍ਹਾਂ ਆਖਿਆ ਜਾਂਦਾ ਸੀ। ਕਿਸੇ ਨੂੰ ਪੰਜ ਕਕਾਰ ਨਹੀਂ ਸੀ ਪਾਏ ਜਾਂਦੇ। ਕੇਸ ਰੱਖਣ ਦਾ, ਦਾੜਾ ਰੱਖਣ ਦਾ ਇਹ ਜ਼ਰੂਰ ਆਖਿਆ ਜਾਂਦਾ ਸੀ। ਫਿਰ ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਚਰਨ ਪਹਲ ਨੂੰ ਤਬਦੀਲ ਕੀਤਾ। ਚਰਨ ਪਹਲ ਨੂੰ ਤਬਦੀਲ ਕਰਕੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ। ਇਹ ਗੱਲ ਨੂੰ ਸੋਚਦਿਆਂ 2-2.5 ਸਾਲ ਬੀਤ ਗਏ ਸਨ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਸੋਚਦਿਆਂ, ਕੋਈ ਸੌਖਾ ਕੰਮ ਨਹੀਂ ਸੀ, ਬਹੁਤ ਵੱਡਾ ਕੰਮ ਔਖਾ ਸੀ ਤਬਦੀਲੀ ਕਰਨਾ। ਸੋਚਦਿਆਂ ਤਾਂ ਗੁਰਮੁਖ ਪਿਆਰੇ 2-2.5 ਸਾਲ ਬਤੀਤ ਹੋ ਗਏ। ਫਿਰ ਜਾ ਕੇ ਖਾਲਸਾ ਪੰਥ ਦੀ ਨੀਂਹ ਰੱਖੀ। ਵਿਚਾਰ ਚੱਲ ਰਹੀ ਸੀ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ। ਹੁਣ ਸਾਰੇ ਮੁਨਕਰ ਹੋ ਗਏ, ਕਿਉਂਕਿ ਜੇ ਤਾਂ ਉੱਪਰ ਦੀ ਕਿਰਪਾਨਾਂ ਸ੍ਰੀ ਸਾਹਿਬ ਪਾਏ ਹੁੰਦੇ ਪਤਾ ਲੱਗਦਾ ਵੀ ਸਿੰਘ ਆ। ਹੁਣ ਸਾਰੇ ਇਸੇ ਤਰ੍ਹਾਂ ਹੀ ਸੀ, ਦਾੜੇ ਜ਼ਰੂਰ ਰੱਖੇ ਹੋਏ ਸੀ, ਕੇਸ ਜ਼ਰੂਰ ਰੱਖੇ ਹੋਏ ਸੀ, ਜਿਨ੍ਹਾਂ ਨੇ ਚਰਨ ਪਹੁੰਚ ਲਈ ਹੋਈ ਸੀ। ਤਾਂ ਗੁਰਮੁਖ ਪਿਆਰਿਓ, ਹੋਕਾ ਦਿੱਤਾ ਜਦੋਂ ਵੀ ਆਪਣੇ ਗੁਰੂ ਦਾ ਸੀਸ ਧੜ ਆ ਕੇ ਚੁੱਕ ਲਵੋ, ਸਾਰੇ ਮੁਨਕਰ ਹੋ ਗਿਆ। ਆਖੋ ਸਤਿਨਾਮ। ਐਵੇਂ ਥੋੜ੍ਹੀ ਲਿਖਿਆ ਮਹਾਰਾਜ ਨੇ ਬਾਣੀ ਵਿੱਚ, ਬਿਪਤ ਭਰੀ ਸਭ ਹੀ ਸੰਗ ਸਾਡਤ ਕੋ ਨ ਆਵਤ ਨੇਰੇ। ਜਦੋਂ ਬਿਪਤਾ ਪੈ ਜਾਂਦੀ ਆ ਨਾ, ਜਿਹੜੇ ਕਹਿੰਦੇ ਨੇ ਵੀ ਤੇਰੇ ਬਿਨਾਂ ਨਹੀਂ ਰਹਿ ਸਕਦਾ, ਮਰ ਜੂਗਾ, ਉਹ ਵੀ ਛੱਡ ਕੇ ਚਲੇ ਜਾਂਦੇ ਨੇ। ਆਖੋ ਸਤਿਨਾਮ। ਬਿਪਤਾ ਵਿੱਚੋਂ ਵੀ ਛੱਡ ਜਾਂਦੇ ਨੇ। ਕੋਈ ਨਹੀਂ ਮਿੱਤਰ ਵੈਲੀ, ਕੋਈ ਨਹੀਂ ਖੜਦਾ ਕਿਸੇ ਨਾਲ। ਹੁਣ ਡਰਦੇ ਮਾਰੇ ਸਾਰੇ ਵੀ ਜਦੋਂ ਗੁਰੂ ਨੂੰ ਨਹੀਂ ਇਹਨਾਂ ਨੇ ਬਖਸ਼ਿਆ ਤੇ ਹੋ ਸਕਦਾ ਕਿਤੇ ਸਾਨੂੰ ਵੀ ਨਾ ਵੱਢ ਦੇਣ, ਧੋਖੇ ਦੇ ਨਾਲ ਬੁਲਾਉਂਦੇ ਹੋਣ। ਸਾਰੇ ਮੁਨਕਰ ਹੋ ਗਏ ਵੀ ਅਸੀਂ ਤਾਂ ਸਿੱਖ ਹੀ ਨਹੀਂ ਹਾਂ। ਤਾਂ ਗੁਰਮੁਖ ਪਿਆਰਿਓ, ਰਾਤ ਪਈ ਰੰਗਰੇਟਾ ਗੁਰੂ ਕਾ ਬੇਟਾ ਭਾਈ ਜੈਤਾ ਜੀਵਨ ਸਿੰਘ ਜੀ ਦਾ ਨਾਮ ਆ। ਇਹ ਭਾਈ ਜੈਤਾ ਇਹ ਮਜ਼੍ਹਬੀ ਸਿੱਖਾਂ ਦੇ ਵਿੱਚੋਂ ਸੀ। ਭਾਈ ਜੈਤਾ ਮਜ਼੍ਹਬੀ ਸਿੱਖਾਂ ਦੇ ਵਿੱਚੋਂ ਸੀ। ਇਹ ਰਾਤ ਦਾ ਹਨੇਰਾ ਪਹਿਰੇ ਲੱਗੇ ਹੋਏ ਨੇ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਦਾ ਸੀਸ ਚੁੱਕਿਆ, ਕੱਪੜੇ ਵਿੱਚ ਲਪੇਟਿਆ। ਤਾਂ ਗੁਰਮੁਖ ਪਿਆਰਿਓ, ਇੱਕ ਟੋਕਰੀ ਦੇ ਵਿੱਚ ਸੀਸ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਦਾ ਰੱਖਿਆ ਤੇ ਆਨੰਦਪੁਰ ਸਾਹਿਬ ਨੂੰ ਚਾਲੇ ਪਾ ਦਿੱਤੇ।
ਤਾਂ ਗੁਰਮੁਖ ਪਿਆਰਿਓ, ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸੀਸ ਲੈ ਕੇ ਆਨੰਦਪੁਰ ਸਾਹਿਬ ਨੂੰ ਚੱਲ ਪਿਆ। ਜਿਹੜਾ ਧੜ ਸੀ ਪਿੱਛੇ, ਉਹ ਲੱਖੀ ਸਾਹਿਬ ਬਣਜਾਰੇ ਨੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦਾ ਧੜ ਚੁੱਕਿਆ, ਰੂਹ ਦੇ ਗੱਡੇ ਵਿੱਚ ਲਪੇਟ ਲਿਆ। ਰੂਹ ਦਾ ਗੱਡਾ ਭਰੀ ਨਹੀਂ ਆਉਂਦਾ ਸੀ, ਤਾਂ ਗੁਰਮੁਖ ਪਿਆਰਿਓ, ਰੂਹ ਦਾ ਵਿੱਚ ਸਤਿਗੁਰੂ ਦਾ ਧੜ ਰੱਖਿਆ, ਵਿੱਚ ਲੁਕੋ ਲਿਆ ਰੂਹ ਦੇ। ਲਿਆ ਕੇ ਉਹਨੇ ਗੱਡਾ ਆਪਣੇ ਘਰ ਅੰਦਰ ਵਾੜ ਕੇ ਆਪਣੇ ਘਰ ਨੂੰ ਅੱਗ ਲਾਤੀ। ਗੱਡੇ ਸਮੇਤ ਅੰਦਰ ਲਿਜਾ ਕੇ ਘਰ ਨੂੰ ਅੰਦਰੋਂ ਅੱਗ ਲਾ ਦਿੱਤੀ, ਵੀ ਕਿਸੇ ਨੂੰ ਪਤਾ ਨਾ ਲੱਗੇ ਵੀ ਇਹਨੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਸਰੀਰ ਦਾ ਸੰਸਕਾਰ ਕੀਤਾ। ਅੱਗ ਲਾ ਦਿੱਤੀ। ਦੇਖਣ ਵਾਲਿਆਂ ਨੂੰ ਇੰਜ ਹੋ ਗਿਆ ਵੀ ਘਰ ਨੂੰ ਅਚਾਨਕ ਅੱਗ ਲੱਗ ਗਈ ਆ। ਤਾਂ ਗੁਰਮੁਖ ਪਿਆਰਿਓ, ਇਸ ਤਰ੍ਹਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਧੜ ਦਾ ਸੰਸਕਾਰ ਕੀਤਾ। ਇੱਧਰੋਂ ਭਾਈ ਜੈਤਾ ਆਨੰਦਪੁਰ ਸਾਹਿਬ ਵੱਲ ਨੂੰ ਚਾਲੇ ਪਾ ਦਿੱਤੇ। ਆਨੰਦਪੁਰ ਸਾਹਿਬ ਵੱਲ ਨੂੰ ਜਾ ਰਿਹਾ, ਪਰ ਜਿਹੜਾ ਰਾਮ ਦਿੱਤਾ ਅਰਦਾਸਾਂ ਕਰਦਾ ਸੀ ਨਾ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ, ਵੀ ਸੱਚੇ ਪਾਤਸ਼ਾਹ ਕਦੋਂ ਆਓਗੇ, ਕਦੋਂ ਦਰਸ਼ਨ ਦਿਓਗੇ, ਕਦੋਂ ਕਿਰਪਾ ਹੋਏਗੀ, ਬੜਾ ਲੰਮਾ ਚਿਰ ਦਾ ਅਰਦਾਸਾਂ ਕਰਦਾ ਆ ਰਿਹਾ ਸੀ। ਆਖੋ ਸਤਨਾਮ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਬਸ ਹੈ ਕੰਮ ਤੇਨਾ। ਤਾਂ ਗੁਰਮੁਖ ਪਿਆਰਿਓ, ਇੱਛਾ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕਿਵੇਂ ਪੂਰੀ ਕੀਤੀ? ਭਾਈ ਰਾਮ ਦਿੱਤਾ ਉਹਦੀ ਇੱਛਾ ਕਿਵੇਂ ਪੂਰੀ ਕੀਤੀ? ਜਦੋਂ ਭਾਈ ਜੈਤਾ ਦਿੱਲੀ ਤੋਂ ਸੀਸ ਲੈ ਕੇ ਜਾ ਰਿਹਾ ਆਨੰਦਪੁਰ ਸਾਹਿਬ ਨੂੰ, ਆਨੰਦਪੁਰ ਸਾਹਿਬ ਨੂੰ ਆ ਰਿਹਾ ਦਿੱਲੀ ਤੋਂ, ਤਾਂ ਗੁਰਮੁਖ ਪਿਆਰੇ ਜਾਣਾ ਸੀ ਹੋਰ ਰਸਤੇ, ਤੇ ਹਨੇਰੇ ਦੇ ਕਾਰਨ ਹੋਰ ਰਸਤੇ ਮੁੜ ਗਿਆ। ਹੋਰ ਰਸਤੇ ਮੁੜਿਆ, ਤਰਾਵੜੀ ਵੱਲ ਨੂੰ ਮੁੜ ਗਿਆ। ਜਦੋਂ ਤਰਾਵੜੀ ਵੱਲ ਨੂੰ ਮੁੜਿਆ ਤਾਂ ਗੁਰਮੁਖ ਪਿਆਰਿਓ, ਦਿਨ ਚੜਿਆ। ਤਾਂ ਗੁਰਮੁਖ ਪਿਆਰਿਓ, ਵਧੀਆ ਦਿਨ ਚੜਿਆ ਆ। ਅੱਗੋਂ ਫਿਰ ਜਿਹੜਾ ਭਾਈ ਰਾਮ ਦਿੱਤਾ ਸੀ, ਇਹ ਧੋਬੀ ਦਾ ਕੰਮ ਕਰਦਾ ਸੀ, ਕੱਪੜੇ ਧੋਣ ਦਾ। ਕੱਪੜੇ ਧੋਣ ਦਾ ਕੰਮ ਕਰਦਾ ਸੀ। ਇੱਕ ਕੱਪੜੇ ਧੋਣ ਵਾਸਤੇ ਲਈ ਆ ਰਿਹਾ ਸੀ। ਇੱਧਰੋਂ ਭਾਈ ਜੈਤਾ ਤੇ ਭਾਈ ਰਾਮ ਦਿੱਤਾ, ਇਹਨਾਂ ਦਾ ਆਪਸ ਦੇ ਵਿੱਚ ਮੇਲ ਹੋ ਗਿਆ। ਇੱਕ ਦੂਸਰੇ ਨੂੰ ਪਹਿਲਾਂ ਆਨੰਦਪੁਰ ਸਾਹਿਬ ਜਦੋਂ ਜਾਂਦੇ ਸੀ ਉਦੋਂ ਜਾਣਦੇ ਹੁੰਦੇ ਸੀ। ਜਦੋਂ ਇੱਕ ਦੂਸਰੇ ਨਾਲ ਮੇਲ ਹੋਇਆ, ਰਾਮ ਦਿੱਤਾ ਉਹਨੇ ਬੇਨਤੀ ਕੀਤੀ, ਕਹਿੰਦੇ ਉਹ ਭਰਾਵਾ, ਰਾਮ ਦਿੱਤਾ ਕਹਿੰਦਾ ਭਾਈ ਜੈਤੇ ਨੂੰ, ਤਰਾਵੜੀ ਦੀ ਗੱਲ ਆ, ਕਹਿੰਦੇ ਇੱਕ ਕੰਮੇ ਕਰਦੇ ਮੇਰਾ। ਉਹ ਕਹਿਣ ਲੱਗੇ ਵੀ ਕੀ? ਕਹਿੰਦੇ ਤੂੰ ਗੁਰੂ ਕੇ ਨੇੜੇ ਰਹਿਣਾ। ਗੁਰੂ ਤੇਗ ਬਹਾਦਰ ਮਹਾਰਾਜ ਜੀ ਆਨੰਦਪੁਰ ਸਾਹਿਬ ਗਏ ਹੋਏ, ਵਾਹਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਪਤਾ ਲੱਗਿਆ ਵੀ ਦਿੱਲੀ ਗਏ ਹੋਏ ਨੇ। ਤੂੰ ਕਿਰਪੇ ਕਰਦੇ, ਸਿਫਾਰਸ਼ੇ ਕਰਦੇ, ਗੁਰੂ ਨੂੰ ਬੇਨਤੀ ਕਰਦੇ ਮੇਰੀ ਕਿ ਮੇਰੇ ਘਰ ਵਿੱਚ ਚਰਨ ਪਾ ਦੇਣਗੇ। ਜਦੋਂ ਆਏ ਭਾਈ ਰਾਮ ਦਿੱਤੇ ਨੇ ਕਿਹਾ
भी चरण पा देणगे। बेनती करते गुरु तेग बहादुर महाराज जी ने भी आउंदे हुए वापस भी चरण पा देणगे। मेरे मन की कहना बड़ी इच्छा है, बड़ी तांघ है। जदों ये बेनती की राम दिते ने भाई जैता उच्ची उच्ची भूबा मार मार के कूका मार मार के रोन लग पिया। उच्ची उच्ची भूबा मार मार के रोंदा कूका मार के रोन लग पिया। तां गुरमुख प्यारिओ भाई राम दिता कहंदा भाई जैतिया तू रोंदा क्यों आ? मैं तो तेनों कोई ऐसी गल आखी नहीं। मैं तो बेनती की भी गुरु तेग बहादुर महाराज जी दिल्ली गए ने चरण पवा दे। रोंदा क्यों आ? तां गुरमुख प्यारिओ भाई जैता कहन लग्या गुरु तेग बहादुर महाराज जी हुण नहीं आ सकते, हुण तेरे घर च चरण नहीं पैने। वो कहता क्यों नहीं पैने? गुरु पूरा मैं किदे दा अरदासा करदा हुंदा सुनदा गुरु। तू माड़ी जी टुल ला दी, किरपा कर दी, माड़ी जी सिफारिश कर दी, बस महाराज चेते करा दी आ जाणगे। जदों उच्ची उच्ची भुब्बा मार मार के रोंदा कहण लगा भाई जैतिया तू रोंदा क्यों? मैं तो तेनों बेनती की गुरु के चरण पवाउण वास्ते। ਉਹ ਕਹਿਣ ਲੱਗਾ ਭਾਈ ਰਾਮ ਦਿੱਤਿਆ ਤੂੰ ਅਰਦਾਸਾਂ ਕਰਦਾ ਆਉਣਾ, ਹੋ ਸਕਦਾ ਮੈਂ ਇਸੇ ਕਰਕੇ ਇੱਧਰ ਨੂੰ ਆ ਗਿਆ ਹੋਵਾਂ ਗੁਰੂ ਤੇਰੀ ਇੱਛਾ ਪੂਰੀ ਕਰਨ ਵਾਸਤੇ। ਕਹਿਣ ਲੱਗਾ ਦਿੱਲੀ ਦੇ ਵਿੱਚ ਆ ਕੰਮ ਹੋ ਗਿਆ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸੀਸ ਧੜ ਦੇ ਨਾਲੋਂ ਜੁਦਾ ਕੀਤਾ ਗਿਆ। ਆ ਕੰਮ ਹੋ ਗਿਆ, इस करके मैं तो आनंदपुर साहिब नूं जा रहा सी। भाई राम दिता भी भुब्बा मार मार के रोन लग पिया। तां गुरमुख प्यारिओ इत्थों लैके भाई जैते नूं राम दिता अपने घर लै गया। घर ले जाके घर वाली नूं कहंदा भागां वालीए सतगुरु गुरु तेग बहादुर महाराज जी आ गए आ। वो फटाफट कहंदी महाराज जी आ गए ने? कहंदे हाँ। वो फटाफट भजी भजी गई, उन्हें मंजा डाहिया, दरी वसाई, चादर वसाई। भाई राम दिता कहन लगा भागां वालीए सतगुरु मंजे दे उत्ते नहीं बैठणगे नहीं होना। कहंदी लाओ जी बैठणगे क्यों नहीं? सतगुरु जी घर दे विच आए होण ते आपां उन्हां नूं बिठाईए ना, किता नहीं हो सकदा। वो कहंदा भागां वाली गल तां सुण मेरी तू। आ देख भाई जैता सीस लेके आया गुरु तेग बहादुर महाराज जी दा। ये तो अपने मन की इच्छा पूरी करने वास्ते गुरु तेग बहादुर महाराज जी आए। हुणे बैठणगे नहीं। जो दर्शन किए भाई राम दिते दे घर वाली ने, वो भी भुब्बा मार मार के रोंदी आ। बराग दे विच ने तिन्ने जने। तां गुरमुख प्यारिओ भाई राम दिता वो भुब्बा मार मार के रोन दे घर वाली भाई जैता वो भी इत्थे समा बतीत किया, जल पानी सकिया। इस जगह के उत्ते गुरुद्वारा साहिब बनया होया। आखो सतनाम। तरावड़ी एक पिंड आ, इत्थे गुरुद्वारा साहिब बनया। जो दिल्ली तो आने ना थोड़ा जिहा साइड तेनू पै जांदा ते इत्थे गुरुद्वारा बनया होया। पिछले महीनों के 10 भी उत्थे दीवान ला के ऐसे गुरुद्वारा साहिब तरावड़ी। आही इतिहास उत्ते सुनाया सी जिहड़ा अज सुना रहा।
ਤਾਂ ਗੁਰਮੁਖ ਪਿਆਰਿਓ ਇੱਥੋਂ ਫਿਰ ਚੱਲ ਕੇ ਨਾਢਾ ਸਾਹਿਬ ਉੱਥੇ ਇੱਕ ਜੋਗੀ ਰਹਿੰਦਾ ਸੀ। ਉਹ ਜੋਗੀ ਦੇ ਮਨ ਦੇ ਵਿੱਚ ਵੀ ਇੱਛਾ ਸੀ ਵੀ ਸਤਿਗੁਰੂ ਦੇ ਚਰਨ ਪਵਾਵਾਂਗਾ। ਇੱਥੋਂ ਚੱਲ ਕੇ ਨਾਢਾ ਸਾਹਿਬ ਉੱਥੇ ਫਿਰ ਜੋਗੀ ਰਹਿੰਦਾ ਸੀ, ਉਹਦੀ ਛੱਪਰੀ 'ਚ ਗਏ, ਰਾਤ ਉੱਥੇ ਕੱਟੀ ਆ। ਉੱਥੇ ਵੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਾਮ ਦੇ ਉੱਤੇ ਬਹੁਤ ਵੱਡਾ ਆਲੀਸ਼ਾਨ ਗੁਰਦੁਆਰਾ ਬਣਿਆ ਹੋਇਆ। ਇੱਥੇ ਰਾਤ ਰਹੇ। ਉਹ ਸਾਧੂ ਨਾਲੇ ਤਾਂ ਰੋਂਦਾ ਰਿਹਾ ਸਾਰੀ ਰਾਤ, ਤੇ ਨਾਲੇ ਲੀਰਾਂ ਦਾ ਚੌਰ ਸਾਹਿਬ ਬਣਾ ਕੇ ਤੇ ਸਤਿਗੁਰੂ ਦੇ ਸੀਸ ਦੇ ਉੱਤੇ ਚੌਰ ਸਾਹਿਬ ਚਲਾਉਂਦਾ ਰਿਹਾ, ਤੇ ਨਾਲੇ ਸਮੇਂ ਦੀਆਂ ਸਰਕਾਰਾਂ ਨੂੰ, ਔਰੰਗਜ਼ੇਬ ਨੂੰ ਲਾਹਣਤਾਂ ਪਾਉਂਦਾ ਰਿਹਾ। ਇੱਥੇ ਰਾਤ ਬੇਨਤੀ ਕੀਤੀ ਸਾਧੂ ਨੇ, ਭਾਈ ਜੇਤੇ ਨੂੰ ਕਹਿੰਦੇ ਤੁਸੀਂ ਆਰਾਮ ਕਰੋ ਤੇ ਸਵੇਰੇ ਇਸ਼ਨਾਨ ਪਾਣੀ ਕਰਕੇ ਫਿਰ ਤੁਸੀਂ ਆਪਣਾ ਸਾਧ ਦੇ ਨਾਲ ਜਾਓ। ਹੁਣ ਗੁਰਮੁਖ ਪਿਆਰਿਓ ਰਾਮ ਕਿੱਥੇ? ਗੁਰਸਿੱਖ ਦਾ ਦਿਲਾਂ ਦਾ ਜਾਨੀ ਚਲਿਆ ਗਿਆ ਹੋਵੇ, ਉੱਥੇ ਰਾਮ ਕਿੱਥੇ ਆ? ਤਾਂ ਗੁਰਮੁਖ ਪਿਆਰਿਓ ਰਾਤ ਬਤੀਤ ਕੀਤੀ, ਜਪਜੀ ਸਾਹਿਬ ਦਾ ਪਾਠ ਕੀਤਾ, ਦਿਨ ਚੜਿਆ। ਇੱਥੋਂ ਫਿਰ ਨਾਢਾ ਸਾਹਿਬ ਤੋਂ ਆਨੰਦਪੁਰ ਸਾਹਿਬ ਨੂੰ ਚਾਲੇ ਪਾ ਦਿੱਤੇ। ਅੱਗੋਂ ਚਿੱਠੀ ਘੱਲ ਦਿੱਤੀ ਸੀ ਆਨੰਦਪੁਰ ਤੋਂ, ਵਾਹਿਗੁਰੂ ਨਾਢਾ ਸਾਹਿਬ ਤੋਂ ਜਦੋਂ ਦੱਸਿਆ ਵੀ ਸਵੇਰੇ ਆਉਣਾ ਹੈ, ਚਿੱਠੀ ਘੱਲ ਦਿੱਤੀ। ਤੇ ਅੱਗੋਂ ਗੁਰਮੁਖ ਪਿਆਰਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ 9 ਸਾਲ ਦੀ ਉਮਰ, 9 ਸਾਲ ਦੀ ਉਮਰ, ਅਤੇ ਦੱਸਣਾ ਕੀਤਾ ਵੀ ਅਸੀਂ ਸੀਸ ਲੈ ਕੇ ਆ ਰਹੇ ਹਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ। ਜਦੋਂ ਸੀਸ ਲੈ ਕੇ ਆਨੰਦਪੁਰ ਸਾਹਿਬ ਪਹੁੰਚੇ ਤੇ ਅੱਗੋਂ ਮਹਾਰਾਜ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅੱਗੇ ਖੜੇ। ਮਹਾਰਾਜ ਜੀ ਨੂੰ ਸੀਸ ਫੜਾਇਆ ਤੇ ਭਾਈ ਜੇਤੇ ਨੇ ਨਮਸਕਾਰ ਕੀਤੀ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸੀਸ ਨੂੰ ਨਮਸਕਾਰ ਕਰਕੇ ਉੱਚੀ ਥਾਂ ਦੇ ਉੱਤੇ ਰੱਖਿਆ। ਤਾਂ ਗੁਰਮੁਖ ਪਿਆਰਿਓ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ, ਕਹਿੰਦੇ ਦਿੱਲੀ ਦੀਆਂ ਸੰਗਤਾਂ ਦੇ ਵਿੱਚ ਬੜਾ ਰੋਹ ਆਇਆ ਹੋਣਾ, ਭਾਵ ਕਿ ਗੁੱਸਾ, ਬੜਾ ਰੋਹ ਆਇਆ ਹੋਣਾ। ਭਾਈ ਜੈਤਾ ਕਹਿਣ ਲੱਗਾ, ਕਹਿੰਦਾ ਸੱਚੇ ਪਾਤਸ਼ਾਹ ਕਾਹਨੂੰ ਪੁੱਛਦੇ ਹੋ, ਕਾਹਨੂੰ ਗੱਲ ਕਰਦੇ ਹੋ? ਉਹ ਦਿੱਲੀ ਦੇ ਲੋਕ ਤਾਂ ਕਹਿੰਦਾ ਇੱਥੋਂ ਤੱਕ ਮੁਨਕਰ ਹੋ ਗਏ ਸਨ ਕਿ ਅਸੀਂ ਤਾਂ ਸਿੱਖ ਹੀ ਨਹੀਂ ਹਾਂ। ਆਖੋ ਸਤਿਨਾਮ, ਅਸੀਂ ਤਾਂ ਸਿੱਖ ਹੀ ਨਹੀਂ ਹਾਂ। ਫਿਰ ਕਿਹਾ ਸੀ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ, ऐसा पंथ सजाऊंगा चिड़िया तो मैं बाज तड़ाऊंगा, 1.25 लाख से एक लड़ाऊं तवे गोविंद सिंह नाम कहाऊं, तवे गोविंद सिंह नाम कहाऊं। ऐसा खालसा साजांगा, ऐसा सिंह नूं रूप देंगा कि लखां दे विच खड़ा होवे, मुनक नहीं हो सकेगा, ये नहीं कह सकेगा भी असी खालसे नहीं हाँ, लखां दे विच खड़ा होवे। फिर गुरमुख प्यारिओ सतगुरु गुरु तेग बहादुर महाराज जी दे सीस दा आनंदपुर साहिब संस्कार किया। वो जगह दे उत्ते गुरुद्वारा सीसगंज बनया होया, केसगढ़ तख्त दे नाल ही साइड दे उत्ते गुरुद्वारा सीसगंज बनया, जिथे गुरु तेग बहादुर महाराज जी दे सीस दा संस्कार किया। फिर लंबा समा सोच के आ खालसा पंथ सजाया। फिर चरण पौल तो तब्दील करके खंडे बाटे की पौल तैयार की। सारे सिखां नूं चिट्ठियां भेज दित्तियां
ਤਾਂ ਗੁਰਮੁਖ ਪਿਆਰੇ ਫਿਰ 1699 ਦੀ ਵਿਸਾਖੀ ਨੂੰ ਪੰਜ ਪਿਆਰਿਆਂ ਤੋਂ ਪੰਜ ਪਿਆਰੇ ਸਾਜੇ, 80,000 ਦਾ ਇਕੱਠ ਸੀ। ਪੰਜ ਪਿਆਰੇ ਸਾਜੇ ਤੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਤੇ ਫਿਰ ਬੇਨਤੀ ਕੀਤੀ, ਕਹਿੰਦੇ ਖਾਲਸਾ ਜੀ ਮੈਨੂੰ ਵੀ ਅੰਮ੍ਰਿਤ ਛਕਾਓ। ਸਿੰਘਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਅਸੀਂ ਆਪਣੇ ਸੀਸ ਦਿੱਤੇ ਨੇ ਅੰਮ੍ਰਿਤ ਬਦਲੇ, ਤੁਸੀਂ ਕੀ ਦਿਓਗੇ? ਮਹਾਰਾਜ ਜੀ ਕਹਿੰਦੇ ਸਿੰਘੋ ਮੈਂ ਵੀ ਆਪਣਾ ਸੀਸ ਦੇ ਦਿਆਂਗਾ। ਕਹਿਣ ਲੱਗੇ ਫਿਰ ਸੱਚੇ ਪਾਤਸ਼ਾਹ ਸਿੱਖ ਦੇ ਵਿੱਚ ਤੇ ਗੁਰੂ ਦੇ ਵਿੱਚ ਕੋਈ ਫਰਕ ਨਾ ਰਹਿ ਗਿਆ। ਸਿੱਖ ਵੀ ਸੀਸ ਦੇਵੇ ਤੇ ਗੁਰੂ ਵੀ ਸੀਸ ਦੇਵੇ, ਫਿਰ ਕੋਈ ਫਰਕ ਨਹੀਂ ਹੈ। ਮਹਾਰਾਜ ਜੀ ਕਹਿੰਦੇ ਐ ਖਾਲਸਾ ਜੀ ਮੈਨੂੰ ਖੰਡੇ ਬਾਟੇ ਦੀ ਪੌਲ ਦੇ ਦਿਓ, ਮੈਨੂੰ ਅੰਮ੍ਰਿਤ ਛਕਾ ਦਿਓ। ਕਹਿੰਦੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਸੀਸ ਕੀ ਮੈਂ ਆਪਣਾ ਸਾਰਾ ਸਰਬੰਸ ਦਾਨ ਕਰ ਦਿਆਂਗਾ, ਮੈਂ ਆਪਣਾ ਸਾਰਾ ਸਰਬੰਸ ਹੀ ਦਾਨ ਕਰ ਦਿਆਂਗਾ, ਮੈਨੂੰ ਖੰਡੇ ਬਾਟੇ ਦੀ ਪੌਲ ਦੇ ਦਿਓ। ਖੰਡੇ ਬਾਟੇ ਦੀ ਪੌਲ ਲਈ ਗੋਬਿੰਦ ਰਾਏ ਨਾਮ ਸੀ, ਰਾਏ ਕੱਟ ਕੇ ਗੋਬਿੰਦ ਸਿੰਘ ਨਾਮ ਰੱਖਿਆ ਗਿਆ। ਤਾਂ ਗੁਰਮੁਖ ਪਿਆਰਿਓ ਦੇਖੋ ਫਿਰ ਖਾਲਸਾ ਸਜਾਇਆ ਅੱਜ ਲੱਖਾਂ ਦੇ ਵਿੱਚ ਖੜਾ ਹੋਵੇ, ਇਹ ਨਹੀਂ ਕਹੂ ਵੀ ਮੈਂ ਖਾਲਸਾ ਨਹੀਂ ਹਾਂ, ਇਹ ਨਹੀਂ ਮੁਨਕਰ ਹੋ ਸਕਦਾ ਵੀ ਮੈਂ ਖਾਲਸਾ ਨਹੀਂ ਹਾਂ। ਐਸਾ ਰੂਪ ਖਾਲਸੇ ਨੂੰ ਸਤਿਗੁਰੂ ਜੀ ਨੇ ਦਿੱਤਾ। ਪੰਜ ਕਕਾਰ ਪਹਿਨਾਏ, ਕੜਾ, ਕਸਹਿਰਾ, ਗਾਤਰਾ, ਕਿਰਪਾਨ, ਕੰਘਾ, ਖਾਲਸਾ ਸਜਾਇਆ ਤੇ ਪੰਥ ਸਤਿਗੁਰੂ ਜੀ ਨੇ ਤਿਆਰ ਕੀਤਾ। ਔਰੰਗਜ਼ੇਬ ਚਾਹੁੰਦਾ ਸੀ ਵੀ ਦੋ ਤੋਂ ਇੱਕ ਕਰਾਂ, ਦੋ ਤੋਂ ਇੱਕ ਕਰਾਂ ਔਰੰਗਜ਼ੇਬ ਚਾਹੁੰਦਾ ਸੀ, ਪਰ ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦੋਨਾਂ ਦਾ ਸਤਿਕਾਰ ਕੀਤਾ। ਤੇ ਤੀਸਰਾ ਸਿੱਖੀ ਪੰਥ ਖਾਲਸਾ ਧਰਮ ਨਵਾਂ ਚਲਾਇਆ ਖੁ ਸਤਨਾਮ। ਜੋ ਧਰਮਾਂ ਤੋਂ ਸਾਰੇ ਧਰਮ ਸਤਿਕਾਰਯੋਗ ਨੇ, ਮੁਸਲਮਾਨ ਧਰਮ ਸਤਿਕਾਰਯੋਗ ਆ, ਹਿੰਦੂ ਧਰਮ ਸਤਿਕਾਰਯੋਗ ਆ, ਪਰ ਸਭ ਤੋਂ ਉਜਲਾ ਪੰਥ ਸਿੱਖੀ ਪੰਥ ਆ। ਗੁਰਮੁਖ ਪਿਆਰੇ ਸਤਿਗੁਰੂ ਕਲਗੀਧਰ ਪਾਤਸ਼ਾਹ ਦਾ ਸਜਾਇਆ ਹੋਇਆ। ਮਹਾਰਾਜ ਜੀ ਨੇ ਹਿੰਦੂਆਂ ਦਾ ਵੀ ਸਤਿਕਾਰ ਬਰਕਰਾਰ ਰੱਖਿਆ ਤੇ ਮੁਸਲਮਾਨਾਂ ਦਾ ਸਤਿਕਾਰ ਵੀ ਬਰਕਰਾਰ ਰੱਖਿਆ ਤੇ ਨਵਾਂ ਖਾਲਸਾ ਪੰਥ ਜਿਹੜਾ ਸਜਾਇਆ ਉਹਨੂੰ ਵੀ ਤਿਆਰ ਕੀਤਾ। ਐਵੇਂ ਨਹੀਂ ਸੀ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਇਹਨਾਂ ਨੇ ਔਰੰਗਜ਼ੇਬ ਵਰਗਿਆਂ ਨੇ ਵੈਰ ਪਾਇਆ ਹੋਇਆ ਸੀ, ਐਵੇਂ ਨਹੀਂ ਪਾਇਆ ਸੀ, ਇਹਨਾਂ ਗੱਲਾਂ ਕਰਕੇ ਪਾਇਆ ਸੀ। ਸੋ ਆਓ ਇਤਿਹਾਸ ਤਾਂ ਮੈਂ ਜੇ ਸਾਰੀ ਦਿਹਾੜੀ ਲੱਗਾ ਰਹਾ, ਦਿਨ ਰਾਤ ਲੱਗਿਆ ਰਹਾ, ਤਾਂ ਵੀ ਸਮਾਪਤੀ ਨਹੀਂ ਹੋਣ ਵਾਲੀ। ਸਮਾਂ ਇਜਾਜ਼ਤ ਨਹੀਂ ਦਿੰਦਾ। ਗੁਰਬਾਣੀ ਪੜ੍ਹਦਿਆਂ ਸੁਣਦਿਆਂ ਕੋਲੋਂ ਇੱਕ ਨਹੀਂ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ। ਸੋ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੀਵਨ ਦੀ ਕਥਾ ਚੱਲੇ ਰਹੀ ਆ। ਜੋ ਕੱਲ ਚਮਕੌਰ ਸਾਹਿਬ ਦਾ ਇਤਿਹਾਸ ਚੱਲ ਰਿਹਾ ਸੀ ਤੇ ਮਾਸੀ ਦਵਾੜੇ ਦੇ ਜੰਗਲਾਂ ਦੇ ਵਿੱਚ ਡੇਰਾ ਲਾਇਆ ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ। ਉਹ ਆਪਾਂ ਇਤਿਹਾਸ ਉੱਥੋਂ ਛੱਡਿਆ ਸੀ ਤੇ ਉੱਥੋਂ ਹੀ ਕੱਲ ਨੂੰ ਸ਼ੁਰੂ ਕਰਾਂਗੇ। ਅੱਜ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਹੈ, ਇਸ ਕਰਕੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਦੀ ਇਹ ਆਪਾਂ ਨੇ ਵਿਚਾਰ ਕੀਤੀ ਆ। ਆਓ ਭਾਈ ਸਤਿਗੁਰੂ ਦੇ ਚਰਨਾਂ ਦੇ ਨਾਲ ਜੁੜ ਕਰਕੇ ਆਪਣੇ ਸਮੇਂ ਔਰ ਸਵਾਸਾਂ ਨੂੰ ਸਫਲੇ ਬਣਾਉਣ ਦਾ ਯਤਨ ਕਰਿਆ ਕਰੋ, ਕਿਉਂਕਿ ਸਮਾਂ ਕਿਸ ਦੀ ਲਿਹਾਜ਼ ਨਹੀਂ ਕਰਦਾ। ਇਹ ਸਰੀਰ ਦਾ ਕੋਈ ਪਤਾ ਨਹੀਂ। ਇਹ ਨਾ ਸਮਝਿਆ ਕਰੋ ਵੀ ਕੱਲ੍ਹ ਨੂੰ ਜਾਵਾਂਗੇ ਗੁਰਦੁਆਰੇ, ਕੱਲ੍ਹ ਆ ਗਏ ਫਿਰ ਦੱਬ ਲੈ ਰਜਾਈ ਨੇ, ਪਰਸੋਂ ਨੂੰ ਜਾਵਾਂਗੇ। ਇਹ ਨਾ ਕਰਿਆ ਕਰੋ। ਮਹਾਰਾਜ ਜੀ ਕਹਿੰਦੇ ਜਿਹੜਾ ਕੰਮ ਕਰਨ ਵਾਲਾ ਨਾ ਉਹਨੂੰ ਕੱਲ੍ਹ ਤੇ ਨਾ ਛੱਡੋ, ਨੂੰ ਅੱਜੇ ਕਰ ਲਓ, ਉਹਨੂੰ ਕਰ ਲੈਣਾ ਚਾਹੀਦਾ ਹੈ। ਇਸ ਕਰਕੇ ਗੁਰੂ ਦੇ ਨਾਲ ਜੁੜੋ,
ਆਪ ਜੁੜੋ ਤੇ ਹੋਰਨਾਂ ਨੂੰ ਜੋੜੋ। ਸਭ ਤੋਂ ਵੱਡਾ ਪੁੰਨ ਹੈ ਗੁਰੂ ਨਾਲ ਜੋੜਨਾ। ਕਿਸੇ ਟੁੱਟੇ ਹੋਏ ਨੂੰ ਗੁਰੂ ਦੇ ਨਾਲ ਜੋੜਨਾ, ਇਹ ਸਭ ਤੋਂ ਵੱਡਾ ਪੁੰਨ ਹੈ। ਗੁਰੂ ਦੇ ਨਾਲੋਂ ਤੋੜ ਦੇਣਾ ਸਭ ਤੋਂ ਵੱਡਾ ਪਾਪ ਹੈ। ਸੋ ਇਸ ਕਰਕੇ ਆਪ ਜੁੜੋ ਤੇ ਹੋਰਨਾਂ ਨੂੰ ਜੋੜੋ। ਗੁਰੂ ਘਰ ਦੀਆਂ ਸੇਵਾਵਾਂ ਚੱਲ ਰਹੀਆਂ ਨੇ। ਕੱਲ੍ਹ ਮਾਈਆਂ ਬੀਬੀਆਂ ਨੇ ਬਹੁਤ ਉਧਰ ਆਪਣੇ ਜਿੱਧਰ ਕਮਰੇ ਬਣਨੇ ਆ, ਲੈਟਰ ਬਾਥਰੂਮ ਬਣਨੇ ਆ, ਉਧਰ ਮਿੱਟੀ ਟੈਰੀ ਆ ਤੇ ਅੱਜ ਮਿਸਤਰੀ ਰਾਤ ਕੱਲ੍ਹ ਆ ਗਿਆ ਤੇ ਸੇਵਾ ਚੱਲਣੀ। ਅੱਜ ਬੇਨਤੀ ਕਰਾਂਗਾ ਜਿੱਦੇ ਆਪਾਂ ਉਹਦੀ ਟੈਸਟੀ ਦੀ ਥੋੜ੍ਹੀਆਂ 15 ਕੁ ਮਿੰਟ ਸਾਰੀ ਸੰਗਤ ਲਾ ਕੇ ਜਾਇਓ। ਇੱਟਾਂ ਆਪਣੇ ਬੋਬ ਜੀ ਦੱਸ ਦੇਣਗੇ ਤੇ ਉਧਰ ਅਮਰੂਦ ਲੱਗਿਆ ਹੈ, ਉਹਦੇ ਨਾਲ ਹੀ ਲਵੇ ਢੇਰੀ ਲਾ ਦੇਣੀ ਆ। ਤੇ ਸਾਰੇ ਸੇਵਾਵਾਂ ਦੇ ਵਿੱਚ ਯੋਗਦਾਨ ਪਾਇਆ ਕਰੋ। ਮਾਇਆ ਤੁਸੀਂ ਬੜੀ ਦਿੱਤੀ ਹੈ, ਇਹਦੀ ਕੋਈ ਚਿੰਤਾ ਨਹੀਂ ਹੈ। ਸਾਰੀਆਂ ਸੰਗਤਾਂ ਨੇ ਮਾਇਆ ਜਿੰਨੀ ਲਾਈ ਗਈ ਸੀ ਬੜੇ ਪਿਆਰ ਦੇ ਨਾਲ ਦਿੱਤੀ ਆ। ਕੁਝ ਆ ਰਹੀ ਆ ਤੇ ਆਉਂਦੀ ਰਹਿਣੀ ਆ। ਤੇ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਵੀ ਕਰਦਾ। ਮੇਰੇ ਮਨ ਦੇ ਵਿੱਚ ਇੱਛਾ ਜੀ ਸੀ, ਮੈਂ ਇਹਨਾਂ ਨੂੰ ਕਹਿੰਦਾ ਹੁੰਦਾ ਸੀ, ਮਾਂ ਵੀ ਆਪਾਂ ਕਮਰੇ ਦੇ ਵਿੱਚ ਦੀ ਇੱਥੋਂ ਗੇਟ ਕੱਢਾਂਗੇ, ਕਮਰਾ ਬਣਾਵਾਂਗੇ ਤੇ ਨਾਲ ਲੈਟਰਿੰਗ ਬਾਥਰੂਮ ਬਣਾ ਦਾਂਗੇ। ਇਹ ਮੇਰੀ ਸੋਚ ਸੀ ਪਹਿਲਾਂ, ਪਰ ਮੈਨੂੰ ਵੀ ਨਹੀਂ ਪਤਾ ਸੀ ਵੀ ਐਡੀ ਛੇਤੀ ਪੂਰੀ ਹੋ ਜਾਣੀ ਆ। ਸਿਰਫ ਮੇਰਾ ਇਹੀ ਸੀ ਵੀ ਕਮਰੇ ਦੇ ਨਾਲ ਇੱਕ ਬਾਥਰੂਮ, ਲੈਟਰਿੰਗ ਬਾਥਰੂਮ ਅਟੈਚਮੈਂਟ ਕਰਨਾ, ਕਿਉਂਕਿ ਭਜਨ ਬੰਦਗੀ ਕਰਦੇ ਰਹਿੰਦੇ ਆ ਦਿਨ ਰਾਤ। ਫਿਰ ਕਈ ਚਲੀਸੇ ਕੱਢਣੇ ਪੈਂਦੇ ਨੇ 24 ਘੰਟੇ, 40 ਦਿਨ ਵੀ ਅੰਦਰ ਹੀ ਰਹਿਣਾ, ਬਾਹਰ ਨਹੀਂ ਨਿਕਲਣਾ। ਫਿਰ ਇਸ ਕਰਕੇ ਉਹ ਬਣਾਉਣੇ ਸੀ। ਪਰ ਸਤਿਗੁਰੂ ਮਹਾਰਾਜ ਜੀ ਨੇ ਜੋ ਉਹਨਾਂ ਨੂੰ ਭਾਵ, ਜੋ ਤੁਧ ਭਾਵੈ ਸਾਈ ਭਲੀ ਕਾਰ। ਇੱਛਾ ਸੀ ਵੀ ਬਣਾਵਾਂਗੇ, ਪਰ ਬਣ ਗਿਆ। ਕਿਰਪਾ ਹੋ ਗਈ ਤੁਹਾਡੀ ਸੰਗਤਾਂ ਦੇ ਸਹਿਯੋਗ ਦੇ ਨਾਲ। ਸੋ ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਸਭ ਦੀਆਂ ਇੱਛਾ, ਮਨ ਦੀਆਂ ਭਾਵਨਾ ਪੂਰੀਆਂ ਕਰਨ। ਤੇ ਆਓ ਇੱਟਾਂ ਦੀ ਸੇਵਾ ਆਪਾਂ ਨੇ ਕਰਕੇ ਜਾਣੀ ਹੈ ਸਾਰੇ ਸੰਗਤਾਂ ਨੇ। ਨਾਲੇ ਤੁਹਾਨੂੰ ਪਤਾ ਲੱਗ ਜੂ, ਕਈ ਉਧਰ ਗਏ ਨਹੀਂ ਹੋਣੀ, ਉਧਰ ਵੀ ਜਗ੍ਹਾ ਪਈ ਹੈ ਕਿਤੇ। ਤੇ ਆਓ ਰਲ ਮਿਲ ਕੇ ਸੇਵਾ ਕਰਾਂਗੇ 10 ਕੁ ਮਿੰਟ ਸਾਰੇ ਆਪਾਂ। ਆਓ ਹੁਣ ਆਪਾਂ ਸ਼ਲੋਕ ਦੇ ਵਿੱਚ ਬੋਲੀਏ ਅਰਦਾਸ ਸੁਖਮਨਾਮਾ ਸਾਹਿਬ, ਕੜਾਹ ਪ੍ਰਸਾਦ ਦੀਆਂ ਦੇਗਾਂ ਲੈ ਕਰਕੇ ਫਿਰ ਆਪੋ ਆਪਣੇ ਘਰੋਂ ਵਿਹਾਰ ਕਰਨੇ ਨੇ ਜੀ।